ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮਏ ਉਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਸਤਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਸਰਬੇ ਏਕ ਅਨੇਕ ਸੁਆਮੀ, ਸਭ ਘਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੇ ਅਤਿ ਸਤਿਕਾਰਯੋਗ ਸਤ ਸੰਗੀ ਜਨੋ, ਪਾਤਸ਼ਾਹ ਜੀ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਹੈ। ਲੜੀਵਾਰ ਭਗਤ ਰਵਿਦਾਸ ਸਾਹਿਬ ਜੀ ਦੀ ਪਾਵਨ ਗੁਰਬਾਣੀ 40 ਸ਼ਬਦ ਜਿਹੜੇ ਵੱਖ-ਵੱਖ ਤਕਰੀਬਨ 16 ਰਾਗਾਂ ਦੇ ਵਿੱਚ ਦਰਜ ਹੈ, ਉਹਨਾਂ ਦੀ ਲੜੀਵਾਰ ਵਿਚਾਰ ਆਪਾਂ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ। ਅੱਜ ਦਾ ਪਾਵਨ ਸ਼ਬਦ ਸੋਰਠ ਰਾਗ ਦੇ ਅੰਦਰ ਜੋ ਆਪ ਜੀ ਨੇ ਸ਼ਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 657 ਅੰਕ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਤੇ ਆਓ ਕੋਸ਼ਿਸ਼ ਕਰੀਏ ਪਾਵਨ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੇ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਜਿੰਨੀਆਂ ਵੀ ਸੰਗਤਾਂ ਭਾਈ ਜੁੜ ਮਿਲ ਬੈਠੀਆਂ ਨੇ, ਲਵਾਓ ਹਾਜ਼ਰੀ, ਪਾਈਏ ਆਪਸ ਵਿੱਚ ਫਤਿਹ ਦੀ ਸਾਂਝ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਰਾਗ ਦੇ ਅੰਦਰ ਪਹਿਲਾ ਸ਼ਬਦ ਹੈ ਬਾਬਾ ਰਵਿਦਾਸ ਸਾਹਿਬ ਦਾ। ਕਿਰਪਾ ਕਰ ਰਹੇ ਹੈ ਸਰਲੇਖ ਪਾਵਨ ਸ਼ਬਦ ਦਾ ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ।
ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਹੈ। ਬਾਬਾ ਰਵਿਦਾਸ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਮਾਲਕ ਪ੍ਰਮਾਤਮਾ ਅਕਾਲ ਪੁਰਖ ਸਦੀਵੀ ਹੋਂਦ ਵਾਲਾ ਗੁਰੂ ਬਖਸ਼ਿਸ਼ ਦੁਆਰਾ ਪ੍ਰਾਪਤ ਹੋ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਹੈ। ਇੱਕ ਬੇਨਤੀ ਮੈਂ ਜ਼ਰੂਰ ਕਰ ਦੇਵਾਂ, ਜਿਹੜਾ ਸਾਡਾ ਬਹੁਤ ਵੱਡਾ ਭੁਲੇਖਾ ਹੈ ਨਿਕਲ ਜਾਵੇ। ਸਤਿਗੁਰੂ ਗੁਰੂ ਸਾਹਿਬਾਨਾਂ ਨੇ ਜਦੋਂ ਵੀ ਆਪਣੀ ਬਾਣੀ ਲਿਖੀ ਹੈ ਨਾ, ਜਦੋਂ ਸਿਰਲੇਖ ਲਿਖਿਆ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਸਾਹਿਬਾਨਾਂ ਦਾ ਉੱਪਰ ਨਾਂ ਨਹੀਂ ਲਿਖਿਆ, ਮਹਿਲਾ ਲਿਖਿਆ ਵਾ, ਮਹਿਲਾ ਪਹਿਲਾ ਮਹਿਲਾ ਦੂਜਾ, ਇੱਕ ਲਿਖਿਆ ਜਿਹੜਾ ਗੁਰੂ ਅਰਜਨ ਸਾਹਿਬ ਨੇ ਜਦੋਂ ਸੰਪਾਦਨਾ ਹੋਈ ਹੈ, ਜਦੋਂ ਬੀੜ ਇਕੱਠੀ ਕੀਤੀ ਹੈ ਉਦੋਂ ਲਿਖਿਆ ਗਿਆ। ਦੂਜੀ ਗੱਲ, ਜਦੋਂ ਗੁਰਬਾਣੀ ਵਿੱਚ ਆਪਣੇ ਆਪ ਦਾ ਜਦੋਂ ਮੰਨ ਲਓ ਵੀ ਨੀਚੇ ਸ਼ਬਦ ਵਰਤਿਆ ਤਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਅਧੀਨ ਲਿਖੀ ਹੈ। ਬਾਕੀ ਗੁਰੂਆਂ ਨੇ ਬਾਣੀ 6 ਗੁਰੂਆਂ ਦੀ ਬਾਣੀ ਹੈ, ਪਹਿਲੇ 5 ਦੀ ਤੇ 9ਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਉਹਨਾਂ ਨੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਹੇਠ ਲਿਖੀ ਹੈ। ਕਿਉਂ? ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਨੇ, ਜਾਂ ਏਦਾਂ ਕਹਿ ਲਓ ਵੀ ਉਹਦੀ ਜੋਤ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਆਪਣਾ ਨਾਮ ਲਿਖਿਆ ਨਾ ਪਾਵਨ ਬਾਣੀ ਵਿੱਚ, ਜਪ ਬਾਣੀ ਵਿੱਚ ਬੋਲ ਪੜ੍ਹੇ ਆ ਤੁਸੀਂ ਗੁਰੂ ਨਾਨਕ ਸਾਹਿਬ ਦੇ, ਸਤਿਗੁਰੂ ਆਪਣੇ ਆਪ ਨੂੰ ਪਤਾ ਕਿੱਥੇ ਰੱਖਦੇ ਆ? ਕਹਿੰਦੇ ਨਾਨਕ ਨੀਚ ਕਹਿ ਵਿਚਾਰ, ਮੈਂ ਨਿਮਾਣਿਆ ਜਾ ਨਾਨਕ ਗੱਲ ਕਹਿਣਾ, ਨਾਨਕ ਨੀਚ ਕਹਿ ਵਿਚਾਰ। ਹੁਣ ਇਮਾਨਦਾਰੀ ਵੇਖੋ ਕਿੱਡੀ ਹੈ ਆਪਣੇ ਆਪ ਦੇ ਵਿੱਚ, ਜਾਂ ਨਿਮਰਤਾ ਕਹਿ ਲਓ, ਬਹੁਤ ਵੱਡੀ ਹੈ। ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੱਲ ਕਹਿ ਰਹੇ ਆ। ਦੂਜੀ ਗੱਲ ਸਮਝੋ, ਜਦੋਂ ਗੁਰੂ ਸਾਹਿਬਾਨ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਲਿਖੀ ਹੈ ਨਾ, ਗੁਰੂ ਸਾਹਿਬਾਨਾਂ ਦੇ ਉੱਪਰ ਸਿਰਲੇਖ ਲਿਖਿਆ ਮਹਿਲਾ, ਤੇ ਜਿਹੜੇ 15 ਭਗਤਾਂ ਦੀ ਬਾਣੀ ਹੈ ਨਾ ਵਿੱਚ, ਇਹ ਸਿਰਲੇਖ ਗੁਰੂ ਅਰਜਨ ਸਾਹਿਬ ਜੀ ਨੇ ਦਿੱਤਾ ਹੈ ਭਗਤਾਂ ਦੇ। ਜਿਵੇਂ ਵੀ ਬਾਬਾ ਕਬੀਰ ਸਾਹਿਬ, ਬਾਬਾ ਰਵਿਦਾਸ ਸਾਹਿਬ, ਇਹਨਾਂ ਦੇ ਨਾਮ ਮੂਹਰੇ ਭਗਤ ਲਫ਼ਜ਼ ਲੱਗਿਆ, ਭਗਤ ਰਵਿਦਾਸ ਜੀ ਕੀ ਬਾਣੀ। ਹੁਣ ਇੱਕ ਗੱਲ ਜ਼ਰੂਰ ਸਮਝਿਓ, ਬਹੁਤਾਤ ਸਾਡੇ ਵਿੱਚ ਇਸ ਗੱਲ ਦਾ ਰੌਲਾ ਪਿਆ ਹੋਇਆ ਵੀ ਭਗਤ ਰਵਿਦਾਸ ਸਾਹਿਬ ਨੂੰ ਭਗਤ ਨਾ ਕਹੋ ਜੀ, ਗੁਰੂ ਕਹੋ। ਇਹ ਬਹੁਤ ਵੱਡਾ ਰੌਲਾ ਹੈ। ਅਸਲ ਦੇ ਵਿੱਚ ਇਹ ਰੌਲਾ ਬੇਸਮਝੀ ਵਿੱਚੋਂ ਪੈਦਾ ਹੋਇਆ, ਸਾਡੀ ਬੇਸਮਝੀ ਵਿੱਚੋਂ, ਅਕਲ ਦੇ ਪਰਦੇ ਪਏ ਹੋਏ ਨੇ ਅਕਲ ਦੇ ਉੱਤੇ, ਉਹਦੇ ਵਿੱਚੋਂ ਨਿਕਲੀ ਇਹ ਗੱਲ। ਤੇ ਬਹੁਤ ਜਾਣਕਾਰ ਬੰਦੇ ਵੀ ਸ਼ਾਬਾਸ਼ੀ ਲੈਣ ਵਾਸਤੇ ਮੰਨ ਲਓ ਵੀ ਲਫ਼ਜ਼ ਵਰਤਦੇ ਆ, ਗੁਰੂ ਰਵਿਦਾਸ ਮਹਾਰਾਜ। ਕੋਈ ਸ਼ੱਕ ਨਹੀਂ ਹੈ, ਗੁਰੂ ਕਹਿ ਲੋ, ਭਗਤ ਕਹਿ ਲੋ, ਕੋਈ ਵੱਡੀ ਗੱਲ ਨਹੀਂ ਹੈ। ਮੰਨ ਲਓ ਵੀ ਉਹਨਾਂ ਦੀ ਜਿਹੜੀ ਮਹਾਨਤਾ ਹੈ ਉਹ ਉੱਥੇ ਹੀ ਰਹਿਣੀ ਹੈ, ਭਾਵੇਂ ਭਗਤ ਕਹੋ ਭਾਵੇਂ ਗੁਰੂ ਕਹੋ। ਸਮੁੱਚੇ ਭਗਤਾਂ ਦੀ, ਗੁਰੂਆਂ ਦੀ, ਭੱਟ ਸਾਹਿਬਾਨਾਂ ਦੀ, ਗੁਰਸਿੱਖਾਂ ਦੀ ਬਾਣੀ ਹੈ, ਜਦੋਂ ਇੱਕ ਥਾਂ ਤੇ ਹੋ ਗਈ ਨਾ, ਇੱਕ ਬੀੜ ਦੇ ਵਿੱਚ ਆ ਗਈ, ਤਾਂ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇੱਕੋ ਹੀ ਲਫ਼ਜ਼ ਦੇ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਹੈ। ਸਾਰੇ ਜਦੋਂ ਗ੍ਰੰਥ ਸਾਹਿਬ ਦੇ ਰੂਪ ਚ ਆ ਗਏ ਨਾ, ਬਾਣੀ ਦੇ ਰੂਪ ਚ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ 35 ਨੂੰ, 6 ਗੁਰੂ ਸਾਹਿਬਾਨਾਂ ਨੂੰ, ਸਾਰਿਆਂ ਨੂੰ ਹੀ ਗੁਰੂ ਕਿਹਾ ਜਾ ਰਿਹਾ, ਕੋਈ ਸ਼ੱਕ ਨਹੀਂ ਹੈ। ਹੁਣ ਇੱਥੇ ਇੱਕ ਗੱਲ ਨੂੰ ਜ਼ਰੂਰ ਸਮਝੋ, ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਨਾ ਕੀਤੀ ਹੈ ਨਾ ਭਗਤ ਸਾਹਿਬਾਨਾਂ ਦੇ, ਹਾਲਾਂਕਿ ਪਹਿਲਾਂ ਉਹਨਾਂ ਦੇ ਸਿਰਲੇਖ ਨਹੀਂ ਸੀ, ਪਹਿਲਾਂ ਉਹਨਾਂ ਦੇ ਇਕੱਲੇ ਸ਼ਬਦ ਹੀ ਸੀ। ਉੱਪਰ ਜਿਹੜਾ ਸਿਰਲੇਖ ਲਿਖਿਆ ਵੀ ਕਿਹਦੀ ਬਾਣੀ ਹੈ, ਕਿਹੜੇ ਘਰ ਦੇ ਵਿੱਚ ਹੈ, ਇੱਕ ਓਂਕਾਰ ਜਿਹੜਾ ਮੂਲ ਮੰਤਰ ਲਿਖਿਆ, ਉਹ ਮੰਗਲ ਲਿਖਿਆ, ਇਹ ਗੁਰੂ ਅਰਜਨ ਸਾਹਿਬ ਨੇ ਲਿਖਾਈਆਂ ਨੇ ਸਾਰੀਆਂ ਗੱਲਾਂ, ਭਾਈ ਗੁਰਦਾਸ ਸਾਹਿਬ ਤੋਂ। ਤੇ ਗੁਰੂ ਅਰਜਨ ਸਾਹਿਬ ਜੀ ਨੇ ਐਡਾ ਸਤਿਕਾਰ ਦਿੱਤਾ ਹੈ, ਭਗਤਾਂ ਦੇ ਨਾਮ ਅੱਗੇ ਭਗਤ ਲਫ਼ਜ਼ ਲਿਖਿਆ ਹੈ। ਹੁਣ ਜਿਵੇਂ ਆ ਸੋਰਠ ਰਾਗ ਹੈ, ਰਾਗ ਸੋਰਠ, ਬਾਣੀ ਭਗਤ ਰਵਿਦਾਸ ਜੀ ਕੀ
ਕਿੱਡਾ ਸਤਿਕਾਰ ਹੈ। ਇਹ ਗੁਰੂ ਅਰਜਨ ਸਾਹਿਬ ਨੇ ਸਤਿਕਾਰ ਦਿੱਤਾ ਹੈ। ਬਹੁਤ ਬੰਦੇ ਰੌਲਾ ਪਾਉਣਗੇ, ਬਹੁਤ ਮੇਰੇ ਨਾਲ ਵੀ ਕਹਿੰਦੇ ਜੀ ਤੁਸੀਂ ਗੁਰੂ ਨੇ ਕਿਹਾ ਭਗਤ ਕਿਉਂ ਕਹਿਤਾ। ਮਤਲਬ ਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਵੀ ਕੋਈ ਵੀ ਕੁਛ ਬੋਲਦਾ ਸੀ ਉਹਨੂੰ ਇਹੀ ਕਹਿਣਾ ਵੀ ਤੂੰ ਨੀਵਾਂ ਦਿਖਾਤਾ। ਗੁਰੂ ਅਰਜਨ ਸਾਹਿਬ ਨੇ ਖੁਦ ਸੰਪਾਦਨਾ ਕੀਤੀ ਹੈ। ਤੇ ਮੈਂ ਇਹ ਵੀ ਕਹਿਦਾ, ਜਿਹੜੇ ਬੰਦੇ ਤੋੜ ਮਰੋੜ ਕੇ ਲਫ਼ਜ਼ ਲਿਖਦੇ ਆ ਨਾ, ਉਹਨਾਂ ਨੂੰ ਸਵਾਲ ਹੈ ਵੀ ਕੀ ਤੁਹਾਨੂੰ ਗੁਰੂ ਅਰਜਨ ਸਾਹਿਬ ਤੇ ਸ਼ੱਕ ਹੈ, ਕੋਈ ਗੁਰੂ ਅਰਜਨ ਸਾਹਿਬ ਤੇ ਯਕੀਨ ਨਹੀਂ ਹੈ। ਆਪਣੇ ਆਪ ਨੂੰ ਸਤਿਗੁਰੂ ਨੇ ਕਿਤੇ ਵੀ ਮਹਾਨ ਨਹੀਂ ਲਿਖਿਆ, ਆਪਣੇ ਨਾਮ ਉੱਤੇ ਕੋਈ ਤਖੱਲਸ ਨਹੀਂ ਲਾਇਆ, ਪਰ ਜਦੋਂ ਭਗਤਾਂ ਦੀ ਬਾਣੀ ਆਈ ਹੈ ਨਾ, ਉੱਥੇ ਸਤਿਕਾਰ ਸਹਿਤ ਲਿਖਿਆ ਵੀ ਭਗਤ ਰਵਿਦਾਸ ਜੀ ਕੀ ਬਾਣੀ। ਸਤਿਕਾਰ ਸਹਿਤ, ਇਤੋਂ ਵੱਡਾ ਸਤਿਕਾਰ ਕੀ ਹੋ ਸਕਦਾ ਜਿਹੜਾ ਗੁਰੂ ਅਰਜਨ ਸਾਹਿਬ ਨੇ ਦੇਤਾ। ਹੋਰ ਭਾਵੇਂ ਜਿੰਨਾ ਮਰਜ਼ੀ ਲਾਈ ਚਲੋ, ਮਹਾਰਾਜ ਕਹੀ ਚਲੋ, ਰੱਬ ਕਹੀ ਚਲੋ, ਕੋਈ ਸ਼ੱਕ ਨਹੀਂ ਹੈ, ਕਹਿ ਲਓ, ਪਰ ਅਸੀਂ ਉਸ ਗੱਲ ਤੇ ਖੜੇ ਹੋਏ ਹਾਂ ਵੀ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ ਹੈ ਤਾਂ ਲਫ਼ਜ਼ ਵਰਤੇ ਭਗਤ ਰਵਿਦਾਸ ਜੀ ਕੀ ਬਾਣੀ, ਤੇ ਅਸੀਂ ਤਾਂ ਉੱਥੇ ਖੜੇ ਆ। ਗੁਰੂ ਅਰਜਨ ਸਾਹਿਬ ਤੋਂ ਵੱਡਾ ਸਤਿਕਾਰ ਕੋਈ ਦੇ ਸਕਦਾ? ਏਦੋਂ ਵੱਡਾ ਸਤਿਕਾਰ ਕੀ ਹੋ ਸਕਦਾ? ਜਿਨ੍ਹਾਂ ਨੂੰ ਅਗਲਾ ਮੰਨ ਲਓ ਉਸ ਸਮੇਂ ਦੇ ਦਲਿਤ ਕਹਿ ਕੇ ਮੰਦਿਰਾਂ 'ਚ ਨਹੀਂ ਸੀ ਵੜਨ ਦਿੱਤਾ ਜਾਂਦਾ, ਬਰਾਬਰ ਨਹੀਂ ਸੀ ਬੈਠਣ ਦਾ ਅਧਿਕਾਰ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਨਾਲ ਜੋੜ ਕੇ ਇੱਕ ਬਾਣੀ ਸਰੂਪ ਕਰ ਲਿਆ। ਜਦੋਂ ਇਹ ਬਾਣੀ ਦਾ ਪ੍ਰਕਾਸ਼ ਹੋਇਆ, ਏਦੋਂ ਵੱਡਾ ਹੋਰ ਸਤਿਕਾਰ ਕੀ ਹੋ ਸਕਦਾ? ਅੱਜ ਬੰਦੇ ਕਹਿਣਗੇ ਜੀ ਗੁਰਦੁਆਰਿਆਂ ਵਿੱਚ ਭਗਤ ਰਵਿਦਾਸ ਸਾਹਿਬ ਦਾ ਸਤਿਕਾਰ ਹੀ ਕੋਈ ਨਹੀਂ ਹੈ। ਕਿਉਂ ਜੀ, ਕੋਈ ਸ਼ੱਕ ਹੈ? ਸਾਡੇ ਮਨ ਦੀ ਬੇਈਮਾਨੀ ਹੈ ਨਾ, ਜਿਹੜੀ ਅੰਦਰ ਬੇਈਮਾਨੀ, ਉਹ ਸਾਨੂੰ ਸਾਡੇ ਭਗਤ ਸਾਹਿਬਾਨਾਂ ਦਾ ਸਤਿਕਾਰ ਹੋਣ ਨਹੀਂ ਦਿੰਦੀ। ਗੁਰੂ ਸਾਹਿਬ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਵਰਗੀ ਬੇਈਮਾਨੀ ਨਹੀਂ ਹੈ ਵੀ ਉਹ ਕਿਸੇ ਨੂੰ ਨੀਵਾਂ ਦਿਖਾਉਣ। ਇਸ ਲਈ ਇਹ ਗੰਦੀਆਂ ਬੇਈਮਾਨੀਆਂ, ਗੰਦੀਆਂ ਸੋਚਾਂ ਦਿਮਾਗ ਵਿੱਚੋਂ ਕੱਢ ਦੋ। ਬੇਅਕਲੀ ਹੈ ਸਾਡੀ। ਭਗਤ ਦਾ ਰੁਤਬਾ ਮਾੜਾ ਥੋੜੀ ਹੈ। ਗੁਰੂ ਜਾਂ ਭਗਤ ਵਿੱਚ ਅੰਤਰ ਹੈ ਕੋਈ? ਗੁਰੂ ਸਾਹਿਬਾਨ ਖੁਦ ਮਾਲਕ ਦੇ ਭਗਤ ਹੈ, ਪਰਮਾਤਮਾ ਦੇ ਭਗਤ ਹੈ, ਤੇ ਭਗਤ ਰਵਿਦਾਸ ਸਾਹਿਬ ਤਾਂ ਹੈਗੀ ਮਾਲਕ ਦੇ ਭਗਤ ਹੈ। ਉਹ ਕਿਸੇ ਬੰਦੇ ਦੇ ਭਗਤ ਥੋੜੀ ਹੈ। ਸਾਡੇ ਦਿਮਾਗ 'ਚ ਪਤਾ ਜਦੋਂ ਭਗਤ ਕਹਿੰਦਾ ਸਾਨੂੰ ਐ ਲੱਗਦਾ ਕਿਸੇ ਬੰਦੇ ਦੇ ਨਾ ਬਣਾਤੇ ਹੋਣ। ਉਹ ਭਲਿਓ, ਉਹ ਮਾਲਕ ਦੇ ਭਗਤ ਆ, ਉਹਨਾਂ ਨੂੰ ਤਾਂ ਕਿਹਾ ਗਿਆ ਪਰਮਾਤਮਾ ਦੇ ਹੈ। ਸਾਡੀ ਉਹ ਅਵਸਥਾ ਨਹੀਂ ਹੈ। ਸਾਡੀ ਸੋਚਣੀ ਬਹੁਤ ਥੱਲੇ ਫਿਰਦੀ ਹੈ। ਐਵੇਂ ਗਿਆਨ ਨਾਲ ਝਾੜਨ ਲੱਗ ਜਾ ਕਰੋ ਵੀ ਐ ਹੋ ਗਿਆ, ਐ ਹੋ ਗਿਆ। ਗੁਰੂ ਅਰਜਨ ਸਾਹਿਬ ਨੇ ਖੁਦ ਗੱਲਾਂ ਲਿਖੀਆਂ ਹੋਈਆਂ ਨੇ। ਸਾਡੇ ਦਿਮਾਗ 'ਚੋਂ ਪਤਾ ਨਹੀਂ ਗੰਦੀਆਂ ਬੇਈਮਾਨੀਆਂ ਕਿੱਦਣ ਨਿਕਲਣਗੀਆਂ ਸੋਚਾਂ। ਇਹ ਤਾਂ ਮੈਂ ਬੇਨਤੀ ਕੀਤੀ ਹੈ ਵੀ ਗੁਰੂ ਅਰਜਨ ਸਾਹਿਬ ਜੀ ਨੇ ਉੱਪਰ ਸਿਰਲੇਖ ਲਿਖਿਆ, ਰਾਖ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਕਿੱਡਾ ਸਤਿਕਾਰ ਹੈ, ਸਾਂਭ ਕੇ ਬਾਣੀ ਰੱਖ ਲਈ ਹੈ। ਸਾਡੇ ਪਤਾ ਨਹੀਂ ਦਿਮਾਗ ਵਿੱਚ ਕਿਉਂ ਸ਼ੱਕ ਪੈਂਦੇ ਹੈ। ਅੱਜ ਅਸੀਂ ਬਹੁਤੇ ਸਿਆਣੇ ਹੋ ਚੁੱਕੇ ਹਾਂ। ਤੇ ਹੋਰ ਮੈਂ ਬੇਨਤੀ ਕਰਾਂ, ਆ ਗੁਰੂ ਕਹਿ ਲਓ, ਭਗਤ ਕਹਿ ਲਓ, ਇਹ ਸਾਨੂੰ ਚਾਲਾਂ ਸਿਰਫ ਲਜਾਉਣ ਵਾਸਤੇ, ਲੜਾਈਆਂ ਕਰਾਉਣ ਵਾਸਤੇ, ਹੋਰ ਕੁਝ ਵੀ ਨਹੀਂ। ਵੀ ਉੱਚੇ ਛੋਟੇ ਬੰਦੇ ਲੜਦੇ ਰਹਿਣ ਆਪਸ 'ਚ, ਲੜਾਈਆਂ ਪਾਉਣ। ਗੁਰਬਾਣੀ ਵੱਲ ਧਿਆਨ ਨਾ ਦੇਵੇ, ਆਹ ਮੁੱਦੇ ਚੱਕ ਲਓ ਬਸ ਵੀ ਆਹ ਕੁਛ ਕਰੋ। ਇਹ ਸੋਚਾਂ ਤੋਂ ਬਚੋ। ਗੁਰਬਾਣੀ ਦੇ ਨਾਲ ਸਾਡਾ ਸੰਬੰਧ ਹੋਣਾ ਚਾਹੀਦਾ ਹੈ। ਸਾਡੇ ਦਿਮਾਗ 'ਚ ਕੀੜੇ ਬੜੇ ਹੋਏ ਆ, ਬੇਈਮਾਨੀਆਂ, ਗਲਤ ਫਹਿਮੀਆਂ, ਕੱਢੋ ਇਹਨਾਂ ਨੂੰ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਬੇਨਤੀ ਤਾਂ ਕੀਤੀ ਵੀ ਸਾਡੇ ਖੌਰੇ ਭੁਲੇਖੇ ਦੂਰ ਹੋ ਜਾਣ, ਸ਼ੱਕ ਨਿਕਲ ਜਾਣ ਸਾਡੇ ਦਿਮਾਗ 'ਚੋਂ। ਇੱਕ ਓਅੰਕਾਰ, ਉਹ ਸਦੀਵੀ ਸੱਤਾ ਵਾਲਾ ਮਾਲਕ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਹਾਉ ਵਾਲਾ ਬੰਦ ਹੈ। ਬਾਬਾ ਰਵਿਦਾਸ ਸਾਹਿਬ ਕਿਰਪਾ ਕਰਦੇ ਆ, ਕਹਿੰਦੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਸਮਾਜ ਦੇ ਅੰਦਰ ਨਾ ਬੜੀਆਂ ਵਿਚਾਰਾਂ ਚੱਲਦੀਆਂ ਨੇ ਇਸ ਜੀਵ ਪ੍ਰਤੀ ਤੇ ਉਸ ਪ੍ਰਮਾਤਮਾ ਦੇ ਬਾਰੇ। ਧਾਰਮਿਕ ਗ੍ਰੰਥ ਬਹੁਤ ਹੈ, ਪਰ ਕਿਸੇ ਵੀ ਧਾਰਮਿਕ ਗ੍ਰੰਥ ਦਾ ਆਪਸ ਦੇ ਵਿੱਚ ਕੋਈ ਮੇਲ ਜੋਲ ਨਹੀਂ ਹੁੰਦਾ, ਕੋਈ ਮੇਲ ਜੋਲ।
ਜਦੋਂ ਗੁਰਮਤਿ ਨੇ ਗੱਲ ਕੀਤੀ ਹੈ ਨਾ, ਸਤਿਗੁਰੂ ਜੀ ਨੇ ਇੱਕ ਦ੍ਰਿਸ਼ਟੀ ਦੇ ਵਿੱਚ ਸਭ ਕੁਝ ਵੇਖਿਆ। ਜੀਵ ਮਾਲਕ ਨੇ ਬਣਾ ਕੇ ਨਾ, ਪ੍ਰਮਾਤਮਾ ਜੀ ਨੇ ਕੁਦਰਤ ਬਣਾ ਕੇ ਖੁਦ ਵਿੱਚ ਵਿਆਪਕ ਹੋ ਗਿਆ। ਜਿਵੇਂ ਆਪਾਂ ਬਾਬਾ ਫਰੀਦ ਸਾਹਿਬ ਜੀ ਦਾ ਬੋਲ ਪੜ੍ਹਦੇ ਆ ਨਾ, ਬੜੀ ਮਹਾਨ ਉਹਨਾਂ ਨੇ ਕਿਰਪਾ ਕੀਤੀ ਹੈ। ਬਹੁਤ ਵੱਡਾ ਭੁਲੇਖਾ ਸਾਡਾ ਦੂਰ ਕੀਤਾ ਉਹਨਾਂ ਨੇ। ਕਿਰਪਾ ਕੀਤੀ ਹੈ, ਫਰੀਦਾ ਖਾਲਕ ਖਲਕ ਮੈਂ, ਫਰੀਦਾ ਖਾਲਕ ਖਲਕ ਮੈਂ। ਕਹਿੰਦੇ ਖਲਕਤ ਨੂੰ ਪੈਦਾ ਕਰਨ ਵਾਲਾ ਮਾਲਕ ਹੈ ਨਾ ਜਿਹੜਾ, ਖਾਲਕ ਦਾ ਮਤਲਬ ਹੈ ਪ੍ਰਮਾਤਮਾ, ਖਾਲਕ ਖਲਕਤ ਨੂੰ ਪੈਦਾ ਕਰਨ ਵਾਲਾ, ਖਲਕ ਦਾ ਮਤਲਬ ਹੈ ਕੁਦਰਤ, ਖਲਕਤ। ਫਰੀਦਾ ਖਾਲਕ ਖਲਕ ਮੈਂ, ਮਤਲਬ ਕਿ ਉਹ ਮਾਲਕ ਦੁਨੀਆ ਵਿੱਚ ਵਸਦਾ ਹੈ। ਤੇ ਅੱਗੇ ਕਹਿੰਦੇ ਖਲਕ ਵਸਾ ਹੈ ਰੱਬ ਮਾਹੇ, ਇਹ ਦੁਨੀਆ ਮਾਲਕ ਦੀ ਬਣਾਈ ਹੋਈ ਹੈ। ਉਹ ਮਾਲਕ ਰੱਬ ਦੁਨੀਆ ਵਿੱਚ ਵਸਦਾ ਤੇ ਦੁਨੀਆ ਉਹਦੇ ਨਾਮ ਵਿੱਚ ਵਸਦੀ ਹੈ। ਭਾਵ ਇਹ ਹੈ ਵੀ ਦੋਵੇਂ ਚੀਜ਼ਾਂ ਓਤ ਪੋਤ ਹੈ, ਅੱਡ ਨਹੀਂ ਕਰ ਸਕਦੇ। ਰੱਬ ਨਾਲੋਂ ਦੁਨੀਆ ਅਲੱਗ ਨਹੀਂ ਕਰ ਸਕਦੇ ਤੁਸੀਂ। ਆ ਜੀਵ ਹੈ ਨਾ ਜਿਹੜਾ, ਮੰਨ ਲਓ ਵੀ ਹੋਰ ਸਮਝੋ, ਅਸੀਂ ਆ, ਸਾਡੇ ਵਿੱਚੋਂ ਜੇ ਰੱਬ ਦਾ ਅੰਸ਼ ਨਿਕਲ ਜਾਵੇ ਅਸੀਂ ਡੈਡ ਆ, ਮਿੱਟੀ, ਕੁਛ ਵੀ ਨਹੀਂ। ਬਸ ਗੱਲ ਇਹ ਹੈ, ਇਸ ਚੀਜ਼ ਨੂੰ ਇਹ ਨਹੀਂ ਸਮਝਣਾ ਵੀ ਮੈਂ ਹੀ ਰੱਬ ਆ, ਨਹੀਂ। ਉਹ ਵਸਿਆ ਹੋਇਆ ਜ਼ਰੂਰ ਹੈ, ਮੈਂ ਉਹਦਾ ਅੰਸ਼ ਹਾਂ, ਪਰ ਮੈਂ ਹੀ ਰੱਬ ਆ ਇਹ ਨਹੀਂ ਹੈ। ਬਹੁਤ ਪਿਆਰੀ ਐਗਜ਼ਾਮਪਲ ਹੈ ਗੁਰਮਤਿ ਦੇ ਵਿੱਚ, ਬਹੁਤ ਥਾਵਾਂ ਤੇ ਸਮਝਾਇਆ ਹੋਇਆ। ਦੁਨੀਆ ਦੇ ਅੰਦਰ ਬੜਾ ਇਹ ਰੌਲਾ ਰੱਪਾ ਚੱਲਿਆ, ਵਿਚਾਰਾਂ ਚੱਲੀਆਂ। ਕੋਈ ਕਹਿੰਦਾ ਸੀ ਰੱਬ ਦੁਨੀਆ ਨਾਲੋਂ ਅੱਡ ਹੈ, ਕੋਈ ਕਹਿੰਦਾ ਸੀ ਰੱਬ ਦੁਨੀਆ ਵਿੱਚ ਹੀ ਵਸਿਆ ਹੋਇਆ, ਕੋਈ ਪ੍ਰਮਾਤਮਾ ਨੂੰ ਅਲੱਗ ਦਰਸਾਉਂਦਾ ਹੈ, ਕੋਈ ਕਿਵੇਂ ਦਰਸਾਉਂਦਾ ਹੈ। ਹੁਣ ਜਿੱਥੋਂ ਸਤਿਗੁਰੂ ਜੀ ਨੇ ਸਾਰਾ ਕੁਝ ਸਮਝਿਆ, ਵੇਖਿਆ, ਜਿਵੇਂ ਸੋਹਿਲੇ ਬਾਣੀ ਵਿੱਚ ਸਤਿਗੁਰੂ ਨੇ ਜ਼ਿਕਰ ਕੀਤਾ ਨਾ 6 ਸ਼ਾਸਤਰਾਂ ਦਾ, 6 ਘਰ, 6 ਗੁਰ, 6 ਉਪਦੇਸ਼। ਹੁਣ ਉੱਥੇ ਉਹਨਾਂ 6 ਸ਼ਾਸਤਰਾਂ ਦੀ ਗੱਲ ਕੀਤੀ, ਕਹਿੰਦੇ 6 ਸ਼ਾਸਤਰ ਹੈ, 6ਾਂ ਨੂੰ ਲਿਖਣ ਵਾਲੇ ਅਲੱਗ ਅਲੱਗ ਹੈ ਤੇ 6ਾਂ ਦੇ ਉਪਦੇਸ਼ ਵੀ ਅਲੱਗ ਅਲੱਗ ਹੈ। ਹਿੰਦੂ ਧਰਮਿਜ਼ਮ ਦੇ ਸ਼ਾਸਤਰ ਹੈ ਨਾ ਜਿਹੜੇ, ਮੰਨ ਲਓ ਮਹਾਨ ਗ੍ਰੰਥ ਹੈ, ਪਰ ਇਹਨਾਂ ਦੇ ਵਿਚਾਰ ਇੱਕ ਦੂਸਰੇ ਨਾਲ ਨਹੀਂ ਮਿਲਦੇ, ਅਲੱਗ ਅਲੱਗ ਹੈ, ਅੱਡੋ ਅੱਡ ਹੈ। ਕੁਦਰਤ ਦੇ ਸੰਬੰਧ ਦੇ ਵਿੱਚ, ਮਾਲਕ ਦੇ ਸੰਬੰਧ ਦੇ ਵਿੱਚ ਸਾਰਾ ਕੁਝ ਵੱਖੋ ਵੱਖਰਾ ਹੈ। ਪਰ ਜਦੋਂ ਗੁਰਮਤਿ ਨੇ ਗੱਲ ਕੀਤੀ ਹੈ ਨਾ, ਸਤਿਗੁਰੂ ਜੀ ਨੇ ਸਭ ਕੁਝ ਇੱਕ ਕਰਕੇ ਵਿਖਾਇਆ। ਦੁਨੀਆਦਾਰੀ ਨੂੰ ਜਦੋਂ ਸਮਝਿਆ, ਸਤਿਗੁਰੂ ਕਹਿੰਦੇ ਕੁਦਰਤ ਬਣਾਈ ਹੈ ਮਾਲਕ ਜੀ ਨੇ, ਪਰ ਉਹ ਖੁਦ ਬਣਾ ਕੇ ਵਿੱਚ ਬੈਠਾ ਹੋਇਆ, ਖੁਦ ਵਸ ਗਿਆ। ਹੁਣ ਆਪਣਾ ਕਹੇ ਵੀ ਸਾਨੂੰ ਤਾਂ ਸਮਝ ਨਹੀਂ ਆ ਰਹੀ ਵੀ ਸਾਡੇ ਵਿੱਚ ਹੈ ਜਾਂ ਨਹੀਂ ਹੈ, ਇੱਕ ਭੁਲੇਖਾ ਪਿਆ ਹੋਇਆ ਬਸ। ਕਾਹਦਾ? ਸਤਿਗੁਰੂ ਕਹਿੰਦੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਭੁਲੇਖਾ ਇਹੋ ਜਿਹਾ ਪਿਆ ਹੋਇਆ ਹੈ। ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ, ਜੋ ਮੰਨੀ ਬੈਠੇ ਹੈ ਉਹ ਹੈ ਨਹੀਂ ਹੈ, ਜੋ ਹੈ ਉਹ ਨਹੀਂ ਹੈ। ਮਤਲਬ ਇਹ ਹੈ, ਜੋ ਮੰਨਦੇ ਆ ਲੋਕ ਵੀ ਰੱਬ ਮਾਲਕ ਪਰਮਾਤਮਾ ਦੀ ਹਸਤੀ ਵੱਖਰੀ ਹੈ ਦੁਨੀਆ ਨਾਲੋਂ, ਪਰ ਇਹ ਠੀਕ ਨਹੀਂ ਹੈ। ਕਿਉਂ? ਕਿਉਂਕਿ ਬੰਦੇ ਸਮਝੀ ਬੈਠੇ ਨੇ ਵੀ ਮਾਲਕ ਵੱਖਰਾ ਹੈ ਕਿਤੇ ਸਾਡੇ ਨਾਲੋਂ, ਪਰ ਉਹ ਹੈ ਵਸਦਾ ਅੰਦਰ ਹੀ ਹੈ। ਕੋਈ ਇਹ ਵੀ ਨਾ ਸਮਝ ਲਵੇ ਮੈਂ ਹੀ ਰੱਬ ਆ, ਉਹ ਵੀ ਗਲਤ ਹੈ। ਬਸ ਇਹ ਹੈ ਵੀ ਅਸੀਂ ਉਹਦੇ ਜੀਵ ਆ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਹੈ। ਉਹ ਸਾਰਿਆਂ ਵਿੱਚ ਵਾਸਰ ਜ਼ਰੂਰ ਰਿਹਾ, ਨਿਰੰਤਰ ਵਸ ਰਿਹਾ, ਉਹਦੀ ਜੋਤ ਜਗ ਰਹੀ ਹੈ। ਭਾਵ ਇਹ ਹੈ ਵੀ ਉਹਦੇ ਅੰਸ਼ਾਂ 'ਚ ਉਹਦੀ ਬਣਾਈ ਹੋਈ ਖਲਕਤ ਹੈ ਸਾਰੀ। ਤੇ ਇਹ ਮਹਾਨ ਜਦੋਂ ਉਪਦੇਸ਼ ਸਤਿਗੁਰ ਦੀ ਪਾਵਨ ਬਾਣੀ ਦਾ ਦੁਨੀਆ ਤੱਕ ਪਹੁੰਚਦਾ ਹੈ ਨਾ, ਇਹ ਸਾਰਿਆਂ ਨੂੰ ਇੱਕ ਬਰਾਬਰ ਕਰਨ ਦਾ ਅਧਿਕਾਰ, ਹੱਕ ਜਾਂ ਜੁਰਤ ਰੱਖਦਾ ਹੈ ਵਿਚਾਰ, ਵੀ ਸਾਰਿਆਂ ਵਿੱਚੋਂ ਵਸਿਆ ਹੋਇਆ। ਭੁਲੇਖੇ ਕੱਢਦੇ ਨਾ ਸਾਰਿਆਂ ਦੇ ਵਿੱਚ, ਕੌਣ ਉੱਚਾ ਕੌਣ ਨੀਵਾਂ, ਕੋਈ ਵੀ ਨਹੀਂ ਹੈ। ਉੱਚੇ ਨੀਵੇਂ ਵਾਲਾ ਭਾਵ ਵੀ ਸਤਿਗੁਰੂ ਨੇ ਦੂਰ ਕੀਤਾ। ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ, ਭੁਲੇਖਾ ਪਿਆ ਹੋਇਆ। ਤੇ ਅੱਗੇ ਕਿਰਪਾ ਕੀਤੀ ਹੈ ਸਤਿਗੁਰੂ ਜੀ ਨੇ। ਹੁਣ ਇੱਕ ਗੱਲ ਨੂੰ ਜ਼ਰੂਰ ਸਮਝੋ, ਸਾਨੂੰ ਪ੍ਰਮਾਤਮਾ ਦੀ ਪਰਖ ਕਿਉਂ ਨਹੀਂ ਆਉਂਦੀ? ਵੀ ਜੇ ਅੰਦਰ ਵਸਦਾ ਕਿਉਂ ਨਹੀਂ ਪਰਖ ਆਉਂਦੀ? ਪਤਾ ਕੀ ਹੈ,
ਉਹਦੇ ਵਿੱਚ ਬੰਦਾ ਆਪਣੀ ਹਸਤੀ ਮੰਨੀ ਬੈਠਾ ਵੀ ਮੈਂ ਅਲੱਗ ਹਾਂ ਕਿਤੇ। ਉਹ ਹੰਕਾਰ ਭਾਵਨਾ, ਉਹ ਈਰਖਾ ਭਾਵਨਾ ਹੈ ਨਾ ਜਿਹੜੀ, ਆਪਣੇ ਆਪ ਦੀ ਹਉਮੈ ਜਿਹੜੀ, ਉਹ ਮਾਲਕ ਨਾਲ ਜੁੜਨ ਨਹੀਂ ਦਿੰਦੀ। ਜਿਵੇਂ ਆਪਾਂ ਜਪ ਬਾਣੀ ਵਿੱਚ ਪੜ੍ਹਦੇ ਹਾਂ ਨਾ, ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ। ਕੂੜ ਦੀ ਇੱਕ ਪਾਲ ਹੈ, ਕੂੜ ਦੀ ਪਾਲ ਹੈ ਇੱਕ, ਬੰਦੇ ਨੂੰ ਤੇ ਮਾਲਕ ਨੂੰ ਜੋੜਨ ਨਹੀਂ ਦਿੰਦੀ। ਹੁਣ ਦੇਖੋ, ਜਦੋਂ ਆਪਾਂ ਸਮਝਦੇ ਹਾਂ ਵੀ ਪ੍ਰਮਾਤਮਾ ਵਿੱਚ ਵਸਦਾ ਹੈ ਨਾ ਸਾਡੇ, ਅਸੀਂ ਜੀਵ ਉਹਦੇ ਹਾਂ, ਮਾਲਕ ਦੇ ਨਾਲ ਸਾਨੂੰ ਇੱਕਮਿਕ ਕਿਉਂ ਨਹੀਂ ਹੋਣ ਦਿੰਦੀ? ਕਿਉਂਕਿ ਜਿਹੜੀ ਮਾੜੀ ਸੋਚ ਦੀ ਵਿੱਚ ਕੰਧ ਹੈ ਨਾ, ਉਹ ਸਾਨੂੰ ਰੱਬ ਨਾਲ ਇੱਕਮਿਕ ਨਹੀਂ ਹੋਣ ਦਿੰਦੀ। ਰੱਬ ਕੀ ਹੈ? ਰੱਬ ਚੰਗੀ ਸੋਚ ਹੀ ਤਾਂ ਹੈ। ਮਾੜੀ ਵਿਚਾਰਧਾਰਾ ਦੀ ਕੰਧ ਸਾਨੂੰ ਚੰਗੀ ਸੋਚ ਪੈਦਾ ਹੋਣ ਹੀ ਨਹੀਂ ਦਿੰਦੀ। ਬਸ ਇਹ ਸਮਝੋ, ਮਾੜੀ ਧਿਰ ਹੈ ਜਿਹੜੀ ਅੰਦਰ ਬੈਠੀ ਹੋਈ, ਚੰਗੇ ਪਾਸੇ ਹੋਣ ਹੀ ਨਹੀਂ ਦਿੰਦੀ। ਬਸ ਉਹ ਕੂੜ ਦੀ ਪਾਲ ਹੈ ਨਾ, ਕੂੜ ਦੀ ਕੰਧ ਹੈ ਜਿਹੜੀ ਪਰਤ ਹੈ, ਉਹ ਮਾਲਕ ਨਾਲ ਨਹੀਂ ਜੁੜਨ ਦਿੰਦੀ। ਸਤਿਗੁਰੂ ਕਹਿੰਦੇ ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਸਚਿਆਰ ਬਣਨਾ ਹੈ ਨਾ, ਮਾਲਕ ਨਾਲ ਜੁੜਨਾ, ਤਾਂ ਉਹਦੇ ਹੁਕਮ ਵਿੱਚ ਹੋ ਜਾ, ਆ ਕੂੜ ਦੀ ਪਾਲ ਨਿਕਲ ਜਾਣੀ ਹੈ। ਇਹ ਕੂੜ ਦੀ ਪਾਲ ਹੈ ਨਾ, ਕੂੜ ਦੀ ਕੰਧ ਹੈ ਜਿਹੜੀ, ਕੂੜ ਭਰਿਆ ਹੋਇਆ ਜਿਹੜਾ, ਇਹ ਰੱਬ ਜੀ ਦੇ ਹੁਕਮ 'ਚ ਤੁਰਨ ਨਹੀਂ ਦਿੰਦਾ। ਇਹ ਕਹਿੰਦਾ ਤੂੰ ਆਪ ਹੈ, ਆ ਵੀ ਤੇਰਾ, ਆ ਵੀ ਤੇਰਾ, ਆ ਕੁਛ ਤੇਰਾ, ਆ ਫਲਾਣੇ ਦਾ, ਆ ਤੇਰਾ, ਤੇਰਾ ਐਡਾ ਰੁਤਬਾ, ਤੂੰ ਐਡਾ ਮਹਾਨ, ਤੂੰ ਐਡਾ ਗਿਆਨਵਾਨ। ਆ ਕੂੜ ਦੀ ਕੰਧ ਰੱਬ ਨਾਲ ਇੱਕ ਨਹੀਂ ਹੋਣ ਦਿੰਦੀ। ਬਸ ਆ ਭੁਲੇਖਾ ਹੈ। ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ। ਇੱਕ ਨਾ ਬੜੀ ਪਿਆਰੀ ਉਦਾਹਰਨ ਹੈ ਇਤਿਹਾਸ ਦੀ। ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮੰਨਲੋ ਵੀ ਅਕਾਲ ਚਲਾਣਾ ਕਰਦੇ ਆ ਨਾ, ਸੰਗਤਾਂ ਦੇ ਵਿੱਚ ਗੱਲਬਾਤ ਹੋਈ, ਉਹਨਾਂ ਨੇ ਉਪਦੇਸ਼ ਦਿੱਤਾ ਵੀ ਹੁਣ ਸਰੀਰ ਛੱਡਣ ਦਾ ਵੇਲਾ ਆ ਗਿਆ। ਚਲੋ ਸੰਗਤਾਂ ਸੁਣਦੀਆਂ ਨੇ, ਨਮੋਸ਼ੀ ਵੀ ਹੁੰਦੀ ਹੈ। ਕਿਸੇ ਨੇ ਸਵਾਲ ਕੀਤਾ, ਕਹਿੰਦੇ ਸਤਿਗੁਰੂ ਵੀ ਤੁਸੀਂ ਜਾਣਾ ਹੈ, ਅਕਾਲ ਚਲਾਣਾ ਹੋ ਜਾਣਾ ਹੈ, ਵੀ ਸਾਡਾ ਕੀ ਹੋਣਾ ਹੈ, ਵੀ ਅਸੀਂ ਕਿਵੇਂ ਰਵਾਂਗੇ? ਮੰਨ ਲਓ ਵੀ ਗੱਲਾਂ ਬਾਤਾਂ ਹੋਈਆਂ, ਨਮੋਸ਼ੀ ਹੋਈ। ਸਤਿਗੁਰੂ ਜੀ ਨੇ ਉਸ ਚੀਜ਼ ਦਾ ਉੱਤਰ ਦਿੱਤਾ ਵੀ ਇਹਦੇ ਵਿੱਚ ਨਮੋਸ਼ੀ ਹੋਣ ਵਾਲੀ ਕਿਹੜੀ ਗੱਲ ਹੈ? ਹਾਂ ਠੀਕ ਹੈ ਵੀ ਸਰੀਰ ਦਾ ਦੁੱਖ ਹੈ, ਜਿਹੜਾ ਸਰੀਰ ਦਾ ਵਿਛੋੜਾ, ਇਹ ਦੁੱਖ ਪੈਦਾ ਕਰਦਾ, ਪਰ ਗੱਲ ਇਹ ਹੈ ਮਾਲਕ ਦੇ ਨਾਲ ਹੀ ਇੱਕਮਿਕ ਹੋਣਾ ਹੈ ਨਾ। ਪੰਜਾਂ ਤੱਤਾਂ ਦਾ ਸਰੀਰ ਹੈ, ਉਹਦੇ ਨਾਲ ਹੀ ਜੁੜਨਾ ਹੈ। ਉਦਾਹਰਨ ਬੜੀ ਪਿਆਰੀ ਦਿੱਤੀ ਸਤਿਗੁਰੂ ਨੇ, ਜਿਵੇਂ ਹੁਣ ਕਹਿੰਦੇ ਤੁਸੀਂ ਵੇਖੋ ਵੀ ਪਾਣੀ ਦਾ ਘੜਾ ਹੈ ਭਰਿਆ ਵਾ, ਪਾਣੀ ਦਾ ਘੜਾ ਹੈ ਨਾ ਜਿਹੜਾ ਭਰਿਆ ਵਾ, ਉਹਨੂੰ ਭਰ ਕੇ ਸਮੁੰਦਰ ਵਿੱਚ ਰੱਖ ਦਿਓ, ਕਿਸੇ ਵੱਡੇ ਪਾਣੀ ਮੰਨ ਲਓ ਦਰਿਆ ਦੇ ਵਿੱਚ ਰੱਖ ਦਿਓ। ਹੁਣ ਤੁਸੀਂ ਵੇਖੋ ਘੜੇ ਦੇ ਵਿੱਚ ਪਾਣੀ ਹੈ, ਉਹਦੇ ਆਲੇ ਦੁਆਲੇ ਵੀ ਪਾਣੀ ਹੈ। ਹੁਣ ਅਗਲਾ ਕਵੇ ਵੀ ਕੀ ਮੰਨ ਲਓ ਇਹਦੇ ਵਿੱਚ ਕੀ ਅੰਤਰ ਹੈ, ਭੁਲੇਖਾ ਕੀ ਹੈ? ਸਤਿਗੁਰੂ ਕਹਿੰਦੇ ਹੈ ਤਾਂ ਪਾਣੀ ਹੈ ਨਾ, ਬਾਹਰ ਵੀ ਪਾਣੀ, ਅੰਦਰ ਵੀ ਪਾਣੀ ਹੈ। ਕਹਿੰਦੇ ਜੀ ਵਿਚਾਲੇ ਇੱਕ ਪਰਤ ਹੈ ਘੜੇ ਦੀ, ਮਿੱਟੀ ਦੀ ਬਣੀ ਹੋਈ। ਮਿੱਟੀ ਦਾ ਕੀ ਹੈ? ਮਿੱਟੀ ਨੇ ਜਦੋਂ ਟੁੱਟ ਗਈ ਪਾਣੀ ਇੱਕਮਿਕ ਹੋ ਜਾਣਾ, ਵਿੱਚ ਹੀ ਰਲ ਗਿਆ ਨਾ ਸਾਰਾ। ਉਹ ਜਿਹੜੀ ਵਿਚਾਲਣ ਲਈ ਪਰਤ ਹੈ ਨਾ, ਪਰਤ ਹੈ ਜਿਹੜੀ, ਉਹ ਜਿਹੜੀ ਪਰਤ ਬਣੀ ਹੋਈ ਹੈ, ਬੰਦੇ ਨੂੰ ਉਹ ਮਾਲਕ ਦੇ ਨਾਲ ਇੱਕਮਿਕ ਨਹੀਂ ਹੋਣ ਦਿੰਦੀ। ਪਰ ਜੇ ਕਿਤੇ ਇਹਨੂੰ ਸਮਝ ਰਵੇ ਵੀ ਆਹ ਸਰੀਰ ਬਣਿਆ ਜ਼ਰੂਰ ਹੈ, ਸਰੀਰ ਦਾ ਢਾਂਚਾ ਬਣਿਆ ਜ਼ਰੂਰ ਹੈ, ਪਰ ਇਹਦੇ ਵਿੱਚ ਰੱਬ ਵਸਦਾ ਉਹੀ ਹੈ, ਬਾਹਰ ਵੀ ਉਹੀ, ਅੰਦਰ ਵੀ ਉਹੀ ਹੈ, ਇਹ ਭੁਲੇਖਾ ਨਿਕਲ ਜਾਵੇ ਨਾ ਬੰਦੇ ਦਾ, ਤੇ ਉਹਦੇ ਨਾਲ ਇੱਕਮਿਕ ਹੋ ਸਕਦਾ। ਹੁਣ ਸਤਿਗੁਰੂ ਬਾਬਾ ਰਵਿਦਾਸ ਸਾਹਿਬ ਨੇ ਕਿਰਪਾ ਕੀਤੀ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ। ਹਮ ਦਾ ਮਤਲਬ ਇੱਥੇ ਹੈ ਹੰਕਾਰ, ਆਪਣੇ ਆਪ ਦੀ ਹੰਕਾਰ ਭਾਵਨਾ, ਆਪਾ ਭਾਵ। ਕਹਿੰਦੇ ਜਦੋਂ ਸਾਡੇ ਵਿੱਚ ਹੰਕਾਰ ਹੈ ਉਦੋਂ ਤੂੰ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਤੇ ਜਦੋਂ ਇਹ ਭਾਵ ਪੈਦਾ ਹੋ ਗਿਆ ਵੀ ਮਾਲਕ ਜੀ ਤੂੰ ਹੀ ਵਸਦਾ, ਉਦੋਂ ਆਪਣਾ ਹੰਕਾਰ ਪਰੇ ਹੋ ਜਾਂਦਾ, ਆਪਣੀ ਵੱਖਰੀ ਹਸਤੀ, ਵੀ ਮੈਂ ਵੱਡਾ, ਮੈਂ ਛੋਟਾ, ਮੈਂ ਅਲੱਗ, ਮੇਰੇ ਵਰਗਾ ਕੋਈ ਨਹੀਂ ਹੈ। ਜੇ ਕਿਤੇ ਆ ਭਾਵਨਾ ਪੈਦਾ ਹੋ ਜਾਵੇ ਨਾ, ਆਪਾਂ ਕੱਲ ਵੀ ਪੜ੍ਹਿਆ ਸੀ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਕੋਈ ਆਪਣੇ ਆਪ ਨੂੰ ਵੱਡਾ ਛੋਟਾ ਮੰਨਣੋਂ ਹੀ ਹਟ ਜੇ। ਸਭ ਮੈਂ ਜੋਤ
ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰ ਹੈ। ਮਿੱਟੀ ਇੱਕੋ ਹੀ ਹੈ, ਬਸ ਇਹਦੇ ਜਿਹੜੇ ਚਿੱਤਰ ਹੈ, ਇਹਦੀ ਆਕਾਰ ਅਲੱਗ ਅਲੱਗ ਹੈ, ਹੋਰ ਕਿੱਥੇ ਵੱਖਰਾ ਕੁਝ ਵੀ ਨਹੀਂ ਹੈ। ਚਮੜੀ ਕਰਕੇ ਬੰਦਾ ਵੱਖਰਾ ਹੈ, ਗੋਰਾ ਕਾਲਾ ਹੋ ਗਿਆ ਨਾ ਚਮੜੀ ਕਰਕੇ, ਨਹੀਂ ਤਾਂ ਸਾਰਿਆਂ ਵਿੱਚ ਜੋਤ ਇੱਕੋ ਹੀ ਹੈ ਕਿਹਦੇ ਚ ਨਹੀਂ ਉਹ। ਸਤਿਗੁਰ ਕਹਿੰਦੇ ਜਿੱਦਣ ਹਮ ਖਤਮ ਹੋ ਗਿਆ ਅੰਦਰੋਂ, ਹੰਕਾਰ ਖਤਮ ਹੋ ਗਿਆ ਵੀ ਮੈਂ ਹਾਂ ਕੁਝ, ਇਹ ਭਾਵ ਜਿੱਦਣ ਖਤਮ ਹੋ ਗਿਆ ਨਾ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਉਦਾਹਰਨ ਬੜੀ ਪਿਆਰੀ ਦਿੱਤੀ, ਕਹਿੰਦੇ ਅਣਕ ਅਗੰਮ ਜੈਸੇ ਲਹਿਰ ਮੈਂ, ਅਨਲ ਅਗੰਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮੈਂ। ਸਤਿਗੁਰ ਕਹਿੰਦੇ ਲਹਿਰਮਈ, ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਨਾ, ਅਨੇਕਾਂ ਭਾਂਤ ਤਰੀਕਿਆਂ ਦੀਆਂ ਉੱਠਦੀਆਂ ਨੇ, ਬਹੁਤ ਪਿਆਰੀਆਂ ਲੱਗਦੀਆਂ ਨੇ, ਸੋਹਣੀਆਂ ਲੱਗਦੀਆਂ ਨੇ, ਹਵਾ ਪੈਂਦੀਆਂ ਲਹਿਰਾਂ ਬਣਦੀਆਂ ਨੇ, ਪਰ ਉਹ ਲਹਿਰਾਂ ਫੇਰ ਜਾ ਕੇ ਸਮੁੰਦਰ 'ਚ ਹੀ ਸਮਾ ਜਾਂਦੀਆਂ ਨੇ। ਕੇਰਾਂ ਇਹ ਲੱਗਦਾ ਵੀ ਲਹਿਰਾਂ ਉੱਠੀਆਂ ਨੇ, ਉਹਨਾਂ ਦਾ ਆਕਾਰ ਵੱਖਰਾ ਬਣ ਜਾਂਦਾ, ਪਰ ਭੇਦ ਤਾਂ ਕੋਈ ਨਹੀਂ ਨਾ, ਸਮੁੰਦਰ ਵਿੱਚ ਹੀ ਰਲ ਜਾਂਦੀਆਂ ਨੇ, ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਨੇ ਨਾ, ਅਲੱਗ ਤਾਂ ਨਹੀਂ ਨਾ। ਲਹਿਰਾਂ ਦੀ ਆਪਣੀ ਕੋਈ ਹਸਤੀ ਨਹੀਂ ਹੈ, ਲਹਿਰਾਂ ਸਮੁੰਦਰ ਵਿੱਚੋਂ ਪੈਦਾ ਹੁੰਦੀਆਂ ਨੇ, ਸਮੁੰਦਰ ਵਿੱਚ ਹੀ ਰਲ ਜਾਂਦੀਆਂ ਨੇ। ਤੇ ਜਿੱਦਣ ਕਿਤੇ ਸਾਡੇ ਚੋਂ ਹਮ ਨਿਕਲ ਗਿਆ ਨਾ, ਸਾਨੂੰ ਵੀ ਇਹ ਭਾਵ ਪੈਦਾ ਹੋ ਜਾਣਾ ਵੀ ਮਾਲਕ ਦਾ ਬਣਾਇਆ ਹੋਇਆ ਮੈਂ ਆ, ਮੇਰੇ 'ਚ ਵੀ ਵਸਦਾ, ਬਾਕੀਆਂ 'ਚ ਵੀ ਵਸਦਾ। ਕਿੱਡੇ ਪਿਆਰੇ ਭਾਵ ਨੇ, ਕਿੱਡੀ ਉੱਚ ਅਵਸਥਾ ਦੀਆਂ ਗੱਲਾਂ ਨੇ, ਸਾਡੇ ਤਾਂ ਦਿਮਾਗ 'ਚ ਹੀ ਨਹੀਂ ਆਉਣੀਆਂ। ਅਸੀਂ ਤਾਂ ਉਸ ਪੱਧਰ ਤੇ ਸੋਚ ਹੀ ਨਹੀਂ ਸਕਦੇ। ਸਾਡੇ ਦਿਮਾਗ 'ਚ ਉੱਚੇ ਵੱਡੇ ਵਾਲੀ ਜਿਹੜੀ ਈਰਖਾ ਹੈ, ਉਹ ਕੌਣ ਕੱਢੂ? ਅਸੀਂ ਕਿੱਥੋਂ ਸਮਝ ਲਾਂਗੇ ਇਹ ਭਾਵ? ਉਹ ਗੁਰਦੇਵ, ਉਹ ਭਗਤਾਂ ਦੇ, ਉਹ ਮਹਾਂਪੁਰਸ਼ਾਂ ਦੇ ਭਾਵ ਦੇਖੋ ਕਿੱਡੇ ਵੱਡੇ ਆ, ਕਿਸ ਪੱਧਰ ਤੋਂ ਸਿਖਾਉਂਦੇ ਆ ਸਾਨੂੰ। ਦਿਮਾਗ ਦੀ ਸੋਚਣੀ ਵੇਖੋ ਕਿੱਡੀ ਮਹਾਨ ਹੋਈ ਪਈ ਉਹਨਾਂ ਦੀ। ਤਾਂ ਈਰਖਾ ਸਾਡੇ ਦਾ ਬੰਦਾ ਦੇਖਣਾ ਪਸੰਦ ਨਹੀਂ, ਇੱਥੇ ਦੇਖ ਕੇ ਬੰਦੇ ਮੱਥੇ ਤੇ ਔੜੀਆਂ ਪੈ ਜਾਂਦੇ ਨੇ ਸਾਨੂੰ ਨਾ। ਤੇ ਉਹ ਭਾਵ ਦੇਖੋ ਕਿੱਡੇ ਆ। ਕਹਿੰਦੇ ਅਨਲ ਅਗੰਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਤੇ ਅੱਗੇ ਕਿਰਪਾ ਕੀਤੀ ਹੈ ਦੂਸਰੇ ਬੰਦ ਵਿੱਚ, ਕਹਿੰਦੇ ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਉਦਾਹਰਨ ਬੜੀ ਪਿਆਰੀ ਦਿੱਤੀ, ਕਹਿੰਦੇ ਕੋਈ ਰਾਜਾ ਮਤਲਬ ਪਲੰਗ ਤੇ ਬੈਠਾ, ਬੈਠੇ ਬੈਠੇ ਨੂੰ ਆ ਗਈ ਨੀਂਦ, ਕਿਸੇ ਨੇ ਜਗਾਇਆ ਨਹੀਂ। ਕਹਿੰਦੇ ਵੀ ਚਲੋ ਰਾਜਨ ਸੌਂ ਗਏ, ਨਾ ਜਗਾਓ, ਆਰਾਮ ਕਰ ਰਹੇ। ਹੁਣ ਸੁੱਤੇ ਪਏ ਨੂੰ ਆ ਗਈ, ਮੰਨ ਲਓ ਸੁਪਨਾ ਆ ਗਿਆ, ਨੀਂਦ ਆ ਗਈ। ਜਦੋਂ ਸੁਪਨਾ ਆਇਆ, ਸੁਪਨੇ 'ਚ ਕੀ ਬਣਿਆ ਗਿਆ? ਸੁਪਨੇ ਦੇ ਵਿੱਚ ਰਾਜਾ ਬਣ ਗਿਆ ਭਿਖਾਰੀ। ਸੁਪਨਾ ਆ ਗਿਆ, ਮਤਲਬ ਵੀ ਉਹਨੂੰ ਐ ਲੱਗੇ ਵੀ ਮੈਂ ਭਿਖਾਰੀ ਹਾਂ ਕਿਤੇ, ਤੇ ਦਾਰ-ਦਾਰ ਤੇ ਮੰਗਦਾ ਫਿਰਦਾ। ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ, ਦਰ-ਦਰ ਮੰਗਦਾ ਤੁਰਿਆ ਫਿਰਦਾ। ਤੇ ਅੱਗੇ ਕਹਿੰਦੇ ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਹੁਣ ਜਦੋਂ ਜਾਗ ਆਈ ਨਾ, ਇੱਕਦਮ ਲੋੜਾ ਵੱਜਿਆ, ਝਾਕਿਆ ਵੀ ਸਾਰਾ ਕੁਝ ਕੋਲੇ ਤਾਂ ਹੈ, ਸਾਰਾ ਕੁਝ ਤਾਂ ਕੋਲੇ ਹੈ। ਸੁਪਨਾ ਸੀ ਨਾ ਇੱਕ, ਸੁਪਨੇ ਨੇ ਇੰਨਾ ਡਰਾਤਾ। ਮੰਨ ਲਓ ਸੁਪਨੇ ਦੇ ਵਿੱਚ ਮੈਂ ਭਿਖਾਰੀ ਸੀ, ਦਰ-ਦਰ ਤੇ ਮੰਗਦਾ ਤੁਰਿਆ ਫਿਰਦੇ, ਪਰ ਮੇਰੇ ਤਾਂ ਆਪਣੇ ਸਾਰੇ ਕੁਝ ਪੱਲੇ। ਉਦਾਹਰਨ ਬੜੀ ਪਿਆਰੀ ਹੈ ਬੰਦਿਆ, ਸਮਝ ਲੈ। ਕੀ ਨਹੀਂ ਤੇਰੇ ਕੋਲ? ਤੈਨੂੰ ਰੱਬ ਨੇ ਰਾਜਾ ਬਣਾ ਕੇ ਤੋਰਿਆ, ਬਸ ਇੱਕ ਸੁਪਨੇ ਭੁਲੇਖੇ ਦੇ ਵਿੱਚ ਦਰ-ਦਰ ਤੇ ਸੁੱਖ ਮੰਗਦਾ ਤੁਰਿਆ ਫਿਰਦਾ ਨਾ, ਰੱਬ ਲੱਭਦਾ ਤੁਰਿਆ ਫਿਰਦਾ ਭਿਖਾਰੀ ਬਣ ਕੇ। ਤੇਰੇ ਕੋਲ ਕੀ ਨਹੀਂ ਹੈ? ਉਹ ਬਣਾ ਕੇ ਤੇਰੇ ਵਿੱਚ ਹੀ ਤਾਂ ਬੈਠ ਗਿਆ। ਇੱਕ ਨੀਂਦ ਪਈ ਹੋਈ ਹੈ, ਬਸ ਨੀਂਦ ਦੇ ਵਿੱਚ ਤੁਰਿਆ ਫਿਰਦਾ। ਇੱਥੋਂ ਰੱਬ ਲੱਭ ਲਓ, ਇੱਥੋਂ ਰੱਬ, ਸੁੱਖ ਲੱਭ ਲਓ, ਇੱਥੋਂ ਲੱਭ ਲਓ ਸੁੱਖ। ਆਹ ਸਾਡੇ ਹਾਲਾਤ ਹੈ। ਸਭ ਕੁਝ ਪੱਲੇ ਹੁੰਦਿਆਂ ਹੋਇਆਂ ਵੀ ਅਸੀਂ ਦੂਰ ਲੱਭਦੇ ਤੁਰੇ ਫਿਰਦੇ ਹਾਂ। ਉਹਨੂੰ ਲੱਭੋ, ਭਾਲੋ, ਪਰ ਆਪਣੇ ਆਪ ਦੇ ਵਿੱਚੋਂ ਹਮ ਦੂਰ ਕਰੋ, ਸਾਰਾ ਕੁਝ ਹੀ ਮਿਲ ਜਾਣਾ। ਉਹ ਹਮ ਹੈ ਨਾ, ਜਿਹੜਾ ਹੰਕਾਰ ਹੈ, ਜਿਹੜਾ ਈਰਖਾ ਦਵੈਸ਼ ਭਾਵਨਾ, ਸਾਨੂੰ ਅੰਦਰ ਲੱਭਣ ਹੀ ਨਹੀਂ ਦਿੰਦੀ। ਇਹ ਜਿਹੜੀ ਵਿਚਾਲੇ ਕੰਧ ਪਈ ਹੋਈ ਹੈ ਨਾ ਕੂੜ ਦੀ, ਇਹ ਸਾਨੂੰ ਰੱਬ ਬਾਹਰੋਂ ਭਾਲਦੇ ਤੁਰੇ ਫਿਰਦੇ ਆ। ਇੱਥੇ ਵੀ ਰੱਬ, ਇੱਥੇ ਸੁੱਖ ਹੈ, ਬਾਹਰੋਂ ਲੱਭਦੇ ਫਿਰਦੇ। ਇਹ ਸਾਡੇ ਭਿਖਾਰੀਆਂ ਵਾਲੇ ਹਾਲਾਤ ਬਣ ਗਏ ਰਾਜੇ ਦੀ ਤਰ੍ਹਾਂ। ਸੁਪਨਾ ਹੀ ਹੈ ਰਾਜੇ ਦਾ, ਹਕੀਕਤ ਨਹੀਂ ਸੀ। ਹਕੀਕਤ ਇਹ ਹੀ ਹੈ ਵੀ ਸਭ ਕੁਝ ਪੱਲੇ ਹੈ, ਤੇਰੇ ਅੰਦਰ ਪਿਆ ਹੋਇਆ। ਹਕੀਕਤ ਇਹ ਹੈ, ਬਾਹਰੋਂ ਲੱਭਣਾ ਇਹ ਹਕੀਕਤ ਨਹੀਂ ਹੈ। ਨਾ ਹੀ ਉਹ ਕਦੇ ਬਾਹਰੋਂ ਲੱਭੇ, ਤੇ ਨਾ ਹੀ ਸੁੱਖ ਕਦੋਂ ਬਾਹਰੋਂ ਲੱਭਿਆ ਮਿਲਦੇ। ਸੁੱਖ ਅੰਦਰ ਦਾ ਭਾਵ ਹੈ, ਅੰਦਰੋਂ ਲੱਭ ਲੈ। ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ,
ਅਬ ਕਛ ਮਰਮ ਜਨਾਇਆ ਕੇ ਕਿਰਪਾ ਕੀਤੀ। ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਇੱਕ ਹੋਰ ਪਿਆਰੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਸੋਨਾ ਹੁੰਦਾ ਨਾ, ਇੱਕ ਦਿਨ ਪਹਿਲਾਂ ਵੀ ਉਦਾਹਰਨ ਸਮਝੀ ਸੀ ਆਪਾਂ, ਇਹ ਸੋਨਾ ਹੈ, ਸੋਨੇ ਦੇ ਗਹਿਣੇ ਬਣਦੇ ਆ ਅਲੱਗ ਅਲੱਗ ਆਕਾਰ ਦੇ, ਮੰਨ ਲਓ ਵੀ ਹੱਥ 'ਚ ਉਂਗਲ 'ਚ ਪਾਉਣ ਵਾਲੀ ਛਾਪ, ਕੰਨਾਂ 'ਚ ਪਾਉਣ, ਨੱਕ 'ਚ ਪਾਉਣ ਨੂੰ, ਪੈਰਾਂ 'ਚ ਪਾਉਣ ਨੂੰ। ਹੁਣ ਸੋਨਾ ਤਾਂ ਇੱਕੋ ਹੀ ਹੈ ਨਾ, ਪਿੱਛੇ ਤਾਕਤ ਤਾਂ ਇੱਕੋ ਹੀ ਕੰਮ ਕਰ ਰਹੀ ਹੈ, ਆਕਾਰ ਉਹਦੇ ਅਲੱਗ ਅਲੱਗ ਹੈ। ਕੋਈ ਕਹਦੇ ਵੀ ਆ ਕੰਨਾਂ ਵਾਲਾ ਸੋਨਾ ਅਲੱਗ ਹੈ, ਹੱਥਾਂ ਵਾਲਾ ਸੋਨਾ ਅਲੱਗ, ਨਹੀਂ, ਸੋਨਾ ਇੱਕੋ ਹੀ ਹੈ, ਆਕਾਰ ਵੱਖ ਵੱਖ ਹੈ ਉਹਦੇ। ਤਾਕਤ ਤਾਂ ਇਸ ਮੁੱਲ ਤਾਂ ਇੱਕੋ ਹੀ ਹੈ ਨਾ, ਸੋਨੇ ਦਾ ਮੁੱਲ ਤਾਂ ਨਹੀਂ ਨਾ ਘਟਦਾ। ਸੋਨਾ ਤਾਂ ਇੱਕੋ ਹੀ ਹੈ, ਉਹਦੇ ਆਕਾਰ ਅਲੱਗ ਅਲੱਗ ਹੋ ਗਏ ਨੇ ਬਸ। ਜਿੱਦਣ ਸਾਡੇ ਚੋਂ ਭੁਲੇਖਾ ਨਿਕਲ ਗਿਆ ਨਾ ਵੀ ਸਾਰਿਆਂ 'ਚ ਇੱਕੋ ਹੀ ਵਸਦਾ। ਹਾਂ, ਕੋਈ ਮੰਨ ਲਓ ਵੀ ਰਿਸ਼ਤੇਦਾਰੀ 'ਚ ਕੋਈ ਵੱਡਾ ਹੋ ਗਿਆ, ਰਿਸ਼ਤੇਦਾਰੀ 'ਚ ਕੋਈ ਛੋਟਾ ਹੈ, ਇਹ ਗੱਲ ਹੈ, ਨਹੀਂ ਤਾਂ ਸਾਰਿਆਂ 'ਚ ਵਸਦਾ ਉਹੀ ਹੈ। ਅਣਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਤੇ ਅੱਗੇ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੀਰੈ। ਬਾਬਾ ਰਵਿਦਾਸ ਸਾਹਿਬ ਕਹਿੰਦੇ ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਸਰਬੇ ਏਕ ਅਨੇਕੈ ਸੁਆਮੀ, ਸਾਰਿਆਂ ਦੇ ਵਿੱਚ ਇੱਕੋ ਵਸ ਰਹੇ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗ ਵੈ ਸੋਈ। ਸਾਰਿਆਂ ਦੇ ਵਿੱਚ ਆਪ ਹੀ ਤਾਂ ਬੈਠਾ ਹੋਇਆ, ਸਾਰਿਆਂ ਦੇ ਵਿੱਚ ਬੈਠ ਕੇ ਉਹ ਜਗਤ ਦਾ ਰੰਗ ਮਾਣ ਰਿਹਾ। ਉਹਨੇ ਬਣਾ ਕੇ ਸਾਰਿਆਂ ਦੇ ਵਿੱਚ ਬੈਠ ਕੇ ਉਹ ਆਪ ਹੀ ਸਾਰਾ ਕੁਝ ਇੱਥੇ ਵੇਖ ਰਿਹਾ। ਆਪ ਬਣਾ ਕੇ ਆਪ ਹੀ ਨਾ ਆਪ ਸਾਜਿਓ, ਆਪ ਹੀ ਨਾ ਰਚਿਓ ਨਾਮ। ਉਹ ਸਾਰਾ ਕੁਝ ਬਣਾ ਕੇ ਵਿੱਚ ਬੈਠਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਉਹ ਸਾਰਾ ਕੁਛ ਬਣਾ ਕੇ ਰੰਗ ਤਮਾਸ਼ੇ ਆਪ ਹੀ ਵੇਖ ਰਿਹਾ। ਕਹਿੰਦੇ ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ। ਬਾਬਾ ਰਵਿਦਾਸ ਕਹਿੰਦੇ ਤੇਰੇ ਹੱਥ ਨਾਲੋਂ ਵੀ ਉਹ ਨੇੜੇ ਹੈ। ਹੱਥ ਨਾਲੋਂ ਹੋਣ ਦਾ ਮਤਲਬ ਤੇਰੀ ਆਪਣੀ ਹਸਤੀ ਨਾਲੋਂ ਵੀ ਉਹ ਨੇੜੇ ਹੈ। ਬੰਦਿਆ, ਤੇਰੀ ਆਪਣੀ ਹਸਤੀ ਹੈ ਨਾ ਜਿਹੜੀ ਤੂੰ ਸਮਝੀ ਬੈਠਾ ਹੈ, ਉਹ ਇਹਦੇ ਨਾਲੋਂ ਵੀ ਨੇੜੇ ਹੈ ਮਾਲਕ। ਬਸ ਸਮਝ ਲੈ, ਆਪਣੀ ਹਸਤੀ ਨਾਲੋਂ ਵੀ ਨੇੜੇ ਹੈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਏ ਸੋ ਹੋਈ। ਇਸ ਲਈ ਕਿਰਪਾ ਸਤਿਗੁਰੂ ਕਰਨ, ਸਾਨੂੰ ਇਹ ਬਖਸ਼ਿਸ਼ਾਂ ਨੇ ਜਿਹੜੀਆਂ ਸਾਡੇ ਦਿਮਾਗ ਵਿੱਚ ਆਉਣ, ਵਿਚਾਰ ਕਰੀਏ, ਅਸੀਂ ਸਮਝ ਲਈਏ, ਸਾਡੇ ਅਕਲਾਂ ਤੇ ਪਏ ਹੋਏ ਪਰਦੇ ਦੂਰ ਹੋ ਜਾਣ। ਪਾਵਨ ਗੁਰਬਾਣੀ ਨੂੰ ਆਧਾਰ ਬਣਾ ਕੇ, ਸਮੁੱਚੇ ਗਿਆਨ ਨੂੰ ਆਧਾਰ ਬਣਾ ਕੇ ਜਿਉਣ ਦਾ ਸਲੀਕਾ ਅਸੀਂ ਸਿੱਖ ਲਈਏ। ਦਾਤਾ ਰਹਿਮਤ ਕਰਨ, ਸਾਡਾ ਜੀਵਨ ਸੁਖਾਲਾ ਹੋ ਸਕਦਾ ਹੈ। ਬਾਬਾ ਰਵਿਦਾਸ ਸਾਹਿਬ ਜੀ ਦਾ ਸੋਠ ਰਾਗ ਦੇ ਵਿੱਚੋਂ ਪਾਵਨ ਸ਼ਬਦ ਆਪਾਂ ਨੇ ਵਿਚਾਰਿਆ ਹੈ। ਇਤਨੀਆਂ ਕੁ ਬੇਨਤੀਆਂ ਭਾਈ ਸਾਰਿਆਂ ਨੇ ਪ੍ਰਵਾਨ ਕਰ ਲੈਣੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।